ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਮਾਝ ਮਹੱਲਾ ਪੰਜਵਾਂ। ਸਿਮਰਤ ਨਾਮ ਹਿਰਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ। ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਓ। ਜਾ ਕੇ ਗ੍ਰਹਿ ਨਵ ਨਿਧ ਹਰ ਪਾਈ, ਤਿਸ ਮਿਲਿਆ ਜਸ ਪੁਰਬ ਕਮਾਈ। ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਖਿਨਮੇ ਥਾਪ ਉਥਾਪਨ ਹਾਰਾ, ਆਪ ਇਕੰਤੀ ਆਪ ਪਸਾਰਾ। ਲੇਪ ਲਏ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲੈਹਨ ਵਿਜੋਗਾ ਜੀਓ। ਅੰਚਲ ਲਾਏ ਸਭ ਸਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ। ਗੁਰ ਬਹੁਤ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਓ। ਅੰਚਲ ਲਾਏ ਸਭ ਸਿਸ਼ਟ ਤਰਾਈ, ਆਪਣਾ ਨਾਉ ਆਪ ਜਪਾਈ। ਗੁਰ ਬਹੁਤ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਓ। ਗੁਰੂ ਜੀ ਕਹਿੰਦੇ ਹਨ ਕਿ ਉਸ ਸਾਧਕ ਨੇ ਹੀ ਨਾਮ ਸਿਮਰ ਕੇ ਹਿਰਦੇ ਵਿੱਚ ਆਤਮਿਕ ਆਨੰਦ ਮਾਣਿਆ ਹੈ। ਜਿਸ ਸਾਧਕ ਦੇ ਹਿਰਦੇ ਵਿੱਚ ਭਗਤ ਜਨਾਂ ਨੇ ਕਿਰਪਾ ਕਰਕੇ ਪਰਮਾਤਮਾ ਦਾ ਨਾਮ ਪ੍ਰਗਟ ਕਰ ਦਿੱਤਾ ਹੈ ਜੀ। ਭਾਵ ਸਾਧਕ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸਮਾ ਗਿਆ ਹੈ ਜੀ। ਸਾਧ ਸੰਗਤ ਵਿੱਚ ਮਿਲ ਕੇ ਜਿਸ ਨੇ ਸਦਾ ਹਰੀ ਨਾਮ ਜਪਿਆ ਹੈ, ਉਸਦੇ ਸਾਰੇ ਆਲਸ, ਉਸਦੇ ਸਾਰੇ ਰੋਗ ਦੂਰ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਜਿਸ ਹਰੀ ਦੇ ਘਰ ਵਿੱਚ 9 ਨਿਧੀਆਂ ਭਾਵ ਹਰ ਪ੍ਰਕਾਰ ਦੇ ਖਜ਼ਾਨੇ ਮੌਜੂਦ ਹਨ, ਉਹ ਹਰੀ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਦੀ ਪਹਿਲੇ ਜਨਮਾਂ ਵਿੱਚ ਕੀਤੀ ਨੇਕ ਕਮਾਈ ਦੇ ਸੰਸਕਾਰ ਜਾਗ ਪੈਂਦੇ ਹਨ ਜੀ। ਉਸ ਗੁਰਮੁਖ ਦਾ ਗਿਆਨ ਅਤੇ ਧਿਆਨ ਪੂਰਨ ਪਰਮੇਸ਼ਰ ਵਿੱਚ ਹੀ ਸਥਿਤ ਹੋ ਜਾਂਦੇ ਹਨ, ਕਿਉਂਕਿ ਉਸ ਨੂੰ ਨਿਸ਼ਚਿਤ ਹੋ ਜਾਂਦਾ ਹੈ ਕਿ ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਪਰਮਾਤਮਾ ਸਾਰਾ ਜਗਤ ਰਚ ਕੇ ਇੱਕ ਖਿਣ ਵਿੱਚ ਇਸ ਨੂੰ ਨਾਸ ਕਰਨ ਦੀ ਵੀ ਸਮਰੱਥਾ ਤਾਕਤ ਰੱਖਦਾ ਹੈ ਜੀ। ਉਹ ਆਪ ਹੀ ਨਿਰਗੁਣ ਸਰੂਪ ਹੈ ਹੋ ਕੇ ਇਕੱਲਾ ਹੋ ਜਾਂਦਾ ਹੈ ਅਤੇ ਆਪ ਹੀ ਆਪਣੇ ਆਪ ਤੋਂ ਵਿਸਤਾਰ ਰੂਪ ਧਾਰ ਕੇ ਜਗਤ ਰਚਨਾ ਕਰ ਦਿੰਦਾ ਹੈ ਜੀ। ਉਸ ਕਰਤਾਰ ਨੂੰ ਜਗਤ ਦੇ ਜੀਵਨ, ਉਸ ਪ੍ਰਭੂ ਨੂੰ ਮਾਇਆ ਦਾ ਪ੍ਰਭਾਵ ਪੋ ਨਹੀਂ ਸਕਦਾ। ਉਸ ਦਾ ਦਰਸ਼ਨ ਕੀਤਿਆਂ ਸਾਰੇ ਵਿਛੋੜੇ ਲੈ ਜਾਂਦੇ ਹਨ ਜੀ। ਪ੍ਰਭੂ ਤੋਂ ਵਿਛੋੜਾ ਪਾਉਣ ਵਾਲੇ ਸਾਰੇ ਪ੍ਰਭਾਵ ਵਿਯੋਗ ਲੈ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ, ਗੁਰੂ ਦੇ ਲੜ ਲੱਗ ਕੇ ਪ੍ਰਭੂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਸੰਸਾਰ ਸਮੁੰਦਰ ਤੋਂ ਪਾਰ ਲਗਾ ਦਿੰਦਾ ਹੈ ਜੀ। ਪ੍ਰਭੂ ਗੁਰੂ ਦੀ ਰਾਹੀਂ ਆਪਣਾ ਨਾਮ ਆਪ ਹੀ ਜੀਵਾਂ ਪਾਸੋਂ ਜਪਾਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਨਾਨਕ, ਪਰਮਾਤਮਾ ਦੀ ਧੁਰ ਸੰਜੋਗ ਤੋਂ ਮਿਲਾਪ ਦੇ ਬਣਨ ਨਾਲ, ਪਰਮਾਤਮਾ ਦੀ ਮਿਹਰ ਨਾਲ ਹੀ ਗੁਰੂ ਦੇ ਰੂਪ ਵਿੱਚ ਭਵ ਸਾਗਰ ਤਰਨ ਲਈ ਇਹ ਨਾਮ ਰੂਪੀ
ਜਹਾਜ਼ ਮਿਲਦਾ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਇਹਨਾਂ 2 ਪੰਕਤੀਆਂ ਵਿੱਚ ਕਹਿੰਦੇ ਹਨ, ਸਿਮਰਤ ਨਾਮ ਹਿਰਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ। ਜਿਸ ਉੱਤੇ ਗੁਰੂ ਨੇ ਕਿਰਪਾ ਕੀਤੀ ਹੈ ਉਸ ਨੂੰ ਭਗਤੀ ਦਾ ਰਸ ਪ੍ਰਗਟ ਕੀਤਾ ਹੈ। ਭਾਵ ਆਪਣੀ ਭਗਤੀ ਵਿੱਚ ਲਾ ਲਿਆ ਹੈ ਜੀ। ਭਾਵ ਆਪਣੇ ਨਾਲ ਲਾ ਲਿਆ ਹੈ ਜੀ। ਨਾਮ ਸਿਮਰਨ ਨਾਲ ਸੱਚਾ ਸੁੱਖ ਮਿਲਦਾ ਹੈ, ਪਰ ਨਾਮ ਦੀ ਕਮਾਈ ਪੂਰਬਲੇ ਕਰਮਾਂ ਕਾਰਨ ਤੇ ਪਰਮਾਤਮਾ ਦੀ ਕਿਰਪਾ ਅਨੁਸਾਰ ਹੀ ਹੁੰਦੀ ਹੈ। ਉਹ ਪ੍ਰਭੂ ਨਿਰਗੁਣ ਅਤੇ ਸਰਗੁਣ ਦੋਹਾਂ ਰੂਪਾਂ ਵਿੱਚ ਆਮ ਵਰਤ ਰਿਹਾ ਹੈ ਜੀ, ਪਰੰਤੂ ਆਪ ਵਿਆਪਕ ਹੋ ਕੇ ਜਗਤ ਦੇ ਕੰਮ ਕਾਰ ਨੂੰ ਚਲਾਉਂਦਾ ਹੋਇਆ ਵੀ ਨਿਰਲੇਪ ਹੈ ਜੀ। ਇਸ ਸ਼ਬਦ ਵਿੱਚ ਆਲਸ ਦਾ ਜ਼ਿਕਰ ਵੀ ਆਇਆ ਹੈ। ਆਰੰਭ ਵਿੱਚ ਪਰਮਾਰਥ ਮਾਰਗ ਵਿੱਚ ਜਿਤਨੀ ਰੁਕਾਵਟ ਆਲਸ ਪਾਉਂਦਾ ਹੈ, ਹੋਰ ਕੋਈ ਚੀਜ਼ ਘੱਟ ਹੀ ਪਾਉਣ ਵਾਲੀ ਹੈ। ਜੇ ਅਸੀਂ ਸਾਧ ਸੰਗਤ ਵਿੱਚ ਜਾਣ ਦੇ ਨੇਮੀ ਬਣ ਜਾਈਏ ਤਾਂ ਪ੍ਰਭੂ ਨਾਲ ਪ੍ਰੇਮ ਹੋ ਜਾਂਦਾ ਹੈ ਜੀ, ਅਤੇ ਇਹ ਆਲਸ ਭਾਵ ਪਰਮਾਤਮਾ ਦਾ ਨਾਲ ਨਾਮ, ਉਸਦੇ ਨਾਲ ਮਨ ਜੁੜਨ ਲੱਗਦਾ ਹੈ ਜੀ। ਇਹ ਦਲਿਦਰੀ ਰੋਗ ਫਿਰ ਆਪਣੇ ਆਪ ਹੀ ਭੱਜਣਾ ਸ਼ੁਰੂ ਹੋ ਜਾਂਦਾ ਹੈ। ਆਲਸ ਤੋਂ ਸੁਚੇਤ ਕਰਨ ਲਈ ਸਾਨੂੰ ਪਰਮਾਤਮਾ ਮਦਦ ਕਰਦਾ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਗੁਰਬਾਣੀ ਦੇ ਸ਼ਬਦ ਦੀ ਸਿੱਖ ਲੈ ਕੇ ਸਾਨੂੰ ਉਸ ਪਰਮਾਤਮਾ ਦੀ ਓਟ ਲੈਣੀ ਚਾਹੀਦੀ ਹੈ ਅਤੇ ਉਸ ਅਨੁਸਾਰ ਆਪਣਾ ਮਨ ਸੱਚੇ ਪਰਮਾਤਮਾ ਨਾਲ ਲਾਉਣਾ ਚਾਹੀਦਾ ਹੈ ਜੀ। ਸੱਚੇ ਸਾਧਕ ਦਾ ਜੀਵਨ ਜਿਉਣ ਨਾਲ ਅਤੇ ਪਰਮਾਤਮਾ ਦਾ ਆਸਰਾ ਲੈਣ ਨਾਲ ਸਾਰੇ ਆਲਸ, ਸਾਰੇ ਦਲਿੱਦਰ ਦੂਰ ਹੋ ਜਾਂਦੇ ਹਨ ਜੀ। ਹਿਰਦੇ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ। ਸਤਸੰਗਤ ਨਾਲ ਆਲਸ ਅਤੇ ਮਨੋਕਾਰਾਂ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਜੀ। ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ। ਆਪ ਹੀ ਨਿਰਗੁਣ ਅਤੇ ਸਰਗੁਣ ਸਰੂਪ ਹੈ। ਮਾਆਵੀ ਪ੍ਰਭਾਵ ਤੋਂ ਨਿਰਲਿਪਤ ਹੈ। ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਲਾ ਹੈ ਅਤੇ ਉਸ ਵਿੱਚ ਹੀ ਸਮਾਇਆ ਹੋਇਆ ਹੈ। ਦੁਰ ਦਰਗਾਹ ਭਵਸਾਗਰ ਤੋਂ ਤਰਨ ਲਈ, ਭਾਵ ਇਸ ਸੰਸਾਰ ਵਿੱਚ ਸੱਚਾ ਜੀਵਨ ਜਿਉਣ ਨਾਲ ਸਾਡੇ ਸਾਰੇ ਆਲਸ ਅਤੇ ਮਾਇਆਵੀ ਵਿਕਾਰ ਖਤਮ ਹੋ ਜਾਂਦੇ ਹਨ ਜੀ। ਮਾਲਕ ਮਿਹਰ ਕਰੇ ਤਾਂ ਪੂਰਨ ਗੁਰੂ ਦਾ ਮਿਲਾਪ ਹੁੰਦਾ ਹੈ, ਜਿਸ ਦੇ ਹੁਕਮ ਅੰਦਰ ਰਹਿੰਦਿਆਂ ਮਨੁੱਖ ਦਾ ਇਸ ਭਵਜਲ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।